ਜਦੋਂ ਵੀ ਤੁਸੀਂ ਐਪਲੀਕੇਸ਼ਨ ਦਾਇਰ ਕਰ ਦਿੰਦੇ ਹੋ ਕੋਰਟ 'ਚ ਤੇ ਇੱਕ ਇਹ ਚੀਜ਼ ਧਿਆਨ ਰੱਖਣ ਵਾਲੀ ਹੁੰਦੀ ਆ, ਉਹਦਾ ਇੱਕ ਲਿਮਿਟੇਸ਼ਨ ਪੀਰੀਅਡ ਹੁੰਦਾ, ਤੁਸੀਂ ਕਿੰਨੇ ਸਮੇਂ ਦੇ ਵਿੱਚ ਉਹ ਦਰਜ ਕਰ ਸਕਦੇ ਹੋ। ਜੇ ਤੁਸੀਂ ਕੈਨੇਡਾ ਦੇ ਵਿੱਚੋਂ ਤੇ ਤੁਹਾਡੀ ਰਿਫਿਊਜ਼ਲ ਆ ਗਈ ਕਿਸੇ ਵੀ ਵੀਜ਼ਾ ਤੇ, ਉਹਦਾ ਟਾਈਮ ਹੈ 15 ਡੇਜ਼। ਜੇ ਤੁਸੀਂ ਕੈਨੇਡਾ ਤੋਂ ਬਾਹਰ ਹੋ, ਜੇ ਸਪੋਜ਼ ਤੁਸੀਂ ਇੰਡੀਆ 'ਚ ਜਿਵੇਂ, ਉਹਦਾ ਟਾਈਮ ਹੁੰਦਾ 60 ਡੇਜ਼। ਤੁਹਾਡਾ ਆਪਣਾ ਜਿਹੜਾ ਮੈਮੋਰੈਂਡਮ ਆਫ ਆਰਗੂਮੈਂਟ ਹੈਗਾ, ਤੁਸੀਂ ਉਹ 30 ਡੇਜ਼ ਦੇ ਵਿੱਚ ਫਾਈਲ ਕਰਨਾ ਹੈ। ਉਸ ਤੋਂ 30 ਡੇਜ਼ ਦੇ ਬਾਅਦ ਜਿਹੜੀ ਰਿਸਪੋਂਡੈਂਟ ਸਾਈਡ ਹੈ, ਜਿਹੜੀ ਮਿਨਿਸਟਰ ਹੈ ਇਮੀਗ੍ਰੇਸ਼ਨ ਦਾ, ਉਹਨਾਂ ਨੇ ਆਪਣਾ ਰਿਪਲਾਈ ਦੇਣਾ ਵਿਦਿਨ 30 ਡੇਜ਼। ਉਹ ਫਿਰ ਕਿਸੇ ਹੋਰ ਡਿਫਰੈਂਟ ਵੀਜ਼ਾ ਆਫਿਸਰ ਨੂੰ ਫਾਈਲ ਭੇਜ ਦਿੰਦੇ ਨੇ। ਉਹ ਜਿਹੜਾ ਡਿਫਰੈਂਟ ਵੀਜ਼ਾ ਆਫਿਸਰ ਹੈ ਉਸ ਨੂੰ ਨਵੇਂ ਸਿਰਿਓਂ ਪ੍ਰੋਸੈਸ ਕਰਦਾ ਹੈ। ਜਿਹੜੀ ਪਹਿਲੀ ਰਿਫਿਊਜ਼ਲ ਹੈ ਬੇਸਿਕਲੀ ਉਹ ਵਾਸ਼ ਆਊਟ ਹੀ ਹੋ ਜਾਂਦੀ ਹੈ ਅਤੇ ਉਹ ਨਵੇਂ ਸਿਰੇ ਤੋਂ ਫਾਈਲ ਪ੍ਰੋਸੈਸ ਹੁੰਦੀ ਹੈ। ਜੋ ਵੀ ਉਹਨਾਂ ਦੇ ਡਾਊਟਸ ਵਗੈਰਾ ਨੇ ਉਹ ਪੁੱਛ ਲੈਂਦੇ ਨੇ ਐਪਲੀਕੈਂਟ, ਅਤੇ ਫਿਰ ਇਸ ਤੋਂ ਬਾਅਦ ਵੀਜ਼ਾ ਗ੍ਰਾਂਟ ਹੋ ਜਾਂਦਾ। ਜੇ ਤੁਹਾਡੀ ਫਾਈਲ ਦਰੁਸਤ ਸੀਗੀ, ਕੋਈ ਉਹਦੇ 'ਚ ਕਮੀ ਨਹੀਂ ਸੀਗੀ ਸਾਡੇ ਅਕੋਰਡਿੰਗਲੀ, ਅਤੇ ਰਿਫਿਊਜ਼ਲ ਜਿਹੜੀ ਹੈ ਉਹ ਜਸਟ ਇੱਕ ਰੂਟੀਨ, ਇੱਕ ਤੁਸੀਂ ਕਹਿ ਲਓ ਪਰਫੰਕਟਰੀ ਰਿਫਿਊਜ਼ਲ ਹੈ ਕਿ ਜਸਟ ਵੈਸੇ ਹੀ, ਜਿਵੇਂ ਕਈ ਰਿਫਿਊਜ਼ਲਸ ਤੁਹਾਨੂੰ ਪਤਾ ਹੈ ਕਿ ਜਿਨ੍ਹਾਂ ਦਾ ਕੋਈ ਸੈਂਸ ਨਹੀਂ ਬਣਦਾ ਸਾਡੇ ਹਿਸਾਬ ਨਾਲ, ਫਿਰ ਅਸੀਂ ਡੈਫੀਨੇਟਲੀ ਉਸਨੂੰ ਟੇਕ ਅਪ ਕਰਦੇ ਹਾਂ ਅਤੇ ਇਹਦਾ ਬਹੁਤ ਹਾਈ ਰੇਟ ਆਫ ਸਕਸੈਸ ਹੁੰਦਾ ਹੈ। ਬਹੁਤ ਸਾਰੇ ਇੱਦਾਂ ਦੇ ਕੇਸ ਹੁੰਦੇ ਨੇ ਜਿੱਥੇ ਤੁਸੀਂ ਸੁਣਿਆ ਹੋਣਾ 5 ਸਾਲ ਦਾ ਬੈਨ ਲੱਗ ਗਿਆ ਕਿਸੇ 'ਤੇ। ਉਹਨਾਂ ਨੇ ਵੀਜ਼ਾ ਅਪਲਾਈ ਕੀਤਾ ਸੀਗਾ, ਨੋਟ ਜਸਟ ਰਿਫਿਊਜ਼ਲ ਹੋਈ, ਪਰ ਉਹਨਾਂ ਨੂੰ ਇਹ ਵੀ ਲਿਖ ਕੇ ਦਿੱਤਾ ਕਿ ਤੁਸੀਂ ਇਨਐਡਮਿਸਿਬਲ ਹੋ, ਤੁਸੀਂ 5 ਸਾਲ ਲਈ ਕੈਨੇਡਾ ਨਹੀਂ ਆ ਸਕਦੇ। ਹੁਣ ਉਸ ਕੇਸ ਕੀ ਹੁੰਦਾ ਕਿ ਤੁਹਾਡਾ ਰੀ-ਐਪਲੀਕੇਸ਼ਨ ਦਾ ਡੋਰ ਵੀ ਬੰਦ ਹੋ ਜਾਂਦਾ, ਤੁਸੀਂ ਦੁਬਾਰਾ ਅਪਲਾਈ ਨਹੀਂ ਕਰ ਸਕਦੇ 5 ਸਾਲ ਲਈ, ਕਿਸੇ ਕਿਸਮ ਦੀ ਐਪਲੀਕੇਸ਼ਨ ਨਹੀਂ ਕਰ ਸਕਦੇ। ਉਸ ਦਾ ਸਿਰਫ ਇੱਕੋ ਹੀ ਹੱਲ ਹੈ, ਉਹਨੂੰ ਚੈਲੰਜ ਕਰਨਾ। ਐਜ਼ ਅ ਸੈਡ, ਜੇ ਤੁਸੀਂ ਬਾਹਰ ਹੋ ਕੈਨੇਡਾ ਤੋਂ 60 ਡੇਜ਼ ਦੇ ਵਿੱਚ ਤੁਸੀਂ ਉਹਨੂੰ ਡੈਫੀਨੇਟਲੀ ਚੈਲੰਜ ਕਰੋ। ਸਤਿ ਸ਼੍ਰੀ ਅਕਾਲ, ਡੇਲੀ ਪੋਸਟ ਪੰਜਾਬੀ ਵੇਖ ਰਹੇ ਹੋ ਤੇ ਮੈਂ ਗਗਨ ਸ਼ੁਕਲਾ। ਇਸ ਵੇਲੇ ਪੰਜਾਬ ਦੇ ਜੇ ਮੌਜੂਦਾ ਹਾਲਾਤਾਂ ਦਾ ਜ਼ਿਕਰ ਕਰਾਂ ਤਾਂ ਪੰਜਾਬ ਦੇ ਵਿੱਚੋਂ ਹਰ ਇੱਕ ਨੌਜਵਾਨ ਬਾਹਰ ਜਾਣਾ ਚਾਹੁੰਦਾ ਹੈ। ਸੁਨਹਿਰੀ ਭਵਿੱਖ ਦੇ ਸੁਪਨੇ ਦੇਖ ਕੇ ਉਹ ਡਾਲਰ ਕਮਾਉਣੇ ਚਾਹੁੰਦਾ ਤਾਂ ਕਿ ਉਹ ਆਪਣਾ ਆਉਣ ਵਾਲਾ, ਆਪਣੇ ਬੱਚਿਆਂ ਦਾ, ਆਪਣੇ ਮਾਪਿਆਂ ਦਾ ਜਿਹੜਾ ਕੱਲ੍ਹ ਹੈ ਉਸ ਨੂੰ ਸੰਵਾਰ ਸਕੇ। ਪਰ ਇਸੇ ਦੇ ਵਿੱਚ ਬਹੁਤ ਸਾਰੀਆਂ ਤਕਲੀਫਾਂ ਆਉਂਦੀਆਂ ਨੇ, ਕਿਉਂਕਿ ਜੇ ਅੱਜ ਅਜੋਕੇ ਸਮੇਂ ਦੀ ਗੱਲ ਕਰੀ ਜਾਵੇ ਤਾਂ ਸਟੱਡੀ ਵੀਜ਼ਾ ਜਿਹੜਾ ਏ ਉਹ ਬਹੁਤ ਵੱਡੇ ਪੱਧਰ 'ਤੇ ਲਗਾਇਆ ਜਾ ਰਿਹਾ ਤਾਂ ਕਿ ਜਿਹੜੇ ਪੰਜਾਬੀ ਨੇ ਉਹ ਬਾਹਰ ਜਾਂਦੇ ਨੇ। ਪਰ ਉਸ ਤੋਂ ਬਾਅਦ ਜਦੋਂ ਵੀਜ਼ਾ ਅਪਲਾਈ ਹੁੰਦਾ ਹੈ ਤਾਂ ਇੱਕ ਮੋੜ ਆਉਂਦਾ ਹੈ ਜਿਸ ਦੇ ਵਿੱਚ ਰਿਫਿਊਜ਼ਲ ਜਦੋਂ ਵੀਜ਼ਾ ਆ ਜਾਂਦੀ ਹੈ ਤਾਂ ਉਸ ਤੋਂ ਬਾਅਦ ਤਮਾਮ ਸੁਪਨੇ ਚਕਨਾਚੂਰ ਹੋ ਜਾਂਦੇ ਨੇ। ਰਿਫਿਊਜ਼ਲ ਤੋਂ ਬਾਅਦ ਵੀ ਤੁਸੀਂ ਬਾਹਰ ਕਿਵੇਂ ਜਾ ਸਕਦੇ ਹੋ, ਰਿਫਿਊਜ਼ਲ ਤੋਂ ਬਾਅਦ ਆਪਣੇ ਸੁਪਨੇ ਕਿਵੇਂ ਸਾਕਾਰ ਕਰ ਸਕਦੇ ਹੋ, ਇਸੇ 'ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਕੈਨੇਡਾ ਤੋਂ ਐਡਵੋਕੇਟ ਸਰਬਪ੍ਰੀਤ ਮੌਜੂਦ ਨੇ। ਸਰ, ਡੇਲੀ ਪੋਸਟ 'ਤੇ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਤੁਹਾਡੇ ਸਰੋਤਿਆਂ ਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ। ਸਰ, ਹਾਲਾਂਕਿ ਮੈਂ ਇਹ ਜ਼ਿਕਰ ਕਰਿਆ, ਜਦੋਂ ਹਜੇ ਆਪਾਂ ਫੀਸ ਹੀ ਭਰਦੇ ਹੁੰਦੇ ਹਾਂ, ਅਗਰ ਅਸੀਂ ਆਪਣੇ ਪੰਜਾਬ, ਸਾਡੇ ਪੰਜਾਬ ਦਾ ਜ਼ਿਕਰ ਕਰੀਏ, ਜਦੋਂ ਫੀਸ ਭਰਦੇ ਹਾਂ ਤਾਂ ਤੱਤੋਂ ਹੀ ਅਸੀਂ ਸ਼ੁਰੂ ਕਰ ਦਿੰਦੇ ਹਾਂ ਕਿ ਹੁਣ ਅਸੀਂ ਜਹਾਜ਼ ਬੈਠ ਕੇ ਬਾਹਰ ਚਲੇ ਜਾਣਾ ਤਾਂ ਬਹੁਤ ਸਾਰੇ ਪੈਸੇ ਕਮਾਵਾਂਗੇ ਅਤੇ ਸਾਡਾ ਜਿਹੜਾ ਭਵਿੱਖ ਉਹ ਸੁਧਰ ਜੂਗਾ। ਪਰ ਉਹਦੇ ਵਿੱਚ ਇੱਕ ਕੜੀ ਜੁੜਦੀ ਹੈ ਰਿਫਿਊਜ਼ਲ ਦੀ। ਹੁਣ ਕੈਨੇਡਾ ਤੋਂ ਰਿਫਿਊਜ਼ਲ ਆ ਬਹੁਤ ਰਹੀ ਹੈ। ਰਿਫਿਊਜ਼ਲ ਜਦੋਂ ਆਉਂਦੀ ਹੈ ਤਾਂ ਬੱਚਾ ਬਹੁਤ ਪੈਨਿਕ ਹੁੰਦਾ ਹੈ। ਤਾਂ ਉਸ ਰਿਫਿਊਜ਼ਲ ਤੋਂ ਬਾਅਦ ਕੋਈ ਰਸਤਾ ਹੈ ਜਾਂ ਉਸ ਤੋਂ ਬਾਅਦ ਫਿਰ ਅਪਲਾਈ ਹੀ ਕਰਨਾ ਹੈ? ਤੁਸੀਂ ਸਹੀ ਕਹਿ ਰਹੇ ਹੋ, ਜਦੋਂ ਰਿਫਿਊਜ਼ਲ ਆਉਂਦੀ ਹੈ ਇੱਕ ਬਹੁਤ ਵੱਡਾ ਸੈਟਬੈਕ ਹੁੰਦਾ ਹੈ ਕਿਸੇ ਵੀ ਬੱਚੇ ਦੇ ਜਿਹਦੇ ਸੁਪਨੇ ਨੇ ਬਾਹਰ ਜਾਣ ਦੇ। ਉਹਨੂੰ ਇੱਕ ਧੱਕਾ ਲੱਗਦਾ, ਫੈਮਿਲੀ ਨੂੰ ਧੱਕਾ ਲੱਗਦਾ। ਅਤੇ ਰਿਫਿਊਜ਼ਲ 'ਚ ਨੋਟ ਜਸਟ ਤੁਹਾਡੇ ਪੈਸੇ ਖਰਾਬ ਹੁੰਦੇ, ਤੁਹਾਡਾ ਕੀਮਤੀ ਸਮਾਂ ਖਰਾਬ ਹੁੰਦਾ। ਇਸ ਨੂੰ ਡੀਲ ਕਰਨ ਦੇ 2 ਤਰੀਕੇ ਹਨ। ਨੰਬਰ 1, ਤੁਸੀਂ ਜਿਵੇਂ ਤੁਸੀਂ ਕਿਹਾ ਰੀਅਪਲਾਈ ਕਰ ਸਕਦੇ ਹੋ, ਉਹਦੇ 'ਚ ਤੁਸੀਂ ਸੇਮ ਐਪਲੀਕੇਸ਼ਨ ਨੂੰ ਦੁਬਾਰਾ ਕਰ ਸਕਦੇ ਹੋ। ਪਰ ਉਹ ਤੇ ਫਿਰ ਉਹੀ ਪ੍ਰੋਸੀਜਰ ਹੋ ਗਿਆ ਨਾ ਸ਼ੁਰੂ ਤੋਂ ਹੀ, ਫਿਰ ਇਹ ਤੋਂ ਸ਼ੁਰੂ ਕਰਨਾ ਪੈਂਦਾ? ਜੀ ਬਿਲਕੁਲ, ਤੁਹਾਡੀ ਗੱਲ ਸਹੀ ਹੈ। ਉਹ ਸੇਮ ਪ੍ਰੋਸੀਜਰ ਤੁਹਾਨੂੰ ਦੁਬਾਰਾ ਪੈਣਾ ਪੈਂਦਾ ਹੈ, ਦੁਬਾਰਾ ਐਂਬੈਸੀ ਫੀਸ ਲੱਗਦੀ ਹੈ ਅਤੇ ਤੁਹਾਡਾ ਸਮਾਂ ਜਿਹੜਾ ਹੈ, ਪਹਿਲਾਂ ਹੀ ਸਪੋਜ਼ ਤੁਸੀਂ 5-6 ਮਹੀਨੇ ਵੇਟ ਕੀਤੀ ਵੀਜ਼ਾ ਵਾਸਤੇ, ਪਰ ਉਹ ਰਿਫਿਊਜ਼ਲ ਲੱਗ ਗਈ, ਸੋ ਤੁਹਾਨੂੰ ਸੇਮ ਪ੍ਰੋਸੈਸ ਦੁਬਾਰਾ ਜਾਣਾ ਪੈਂਦਾ। ਅਤੇ ਇੱਕ ਜਿਹੜਾ ਬੱਚਾ ਉਸ ਸਟੇਜ ਹੁੰਦਾ ਹੈ, ਟਾਈਮ ਇਜ਼ ਵੈਰੀ ਇੰਪੋਰਟੈਂਟ ਫॉर ਹਿਮ ਔਰ ਹਰ, ਅਤੇ ਉਸ 'ਤੇ ਇੱਕ ਆਲਟਰਨੇਟ ਜਿਹੜਾ ਇੱਕ ਰਸਤਾ, ਜਿਹੜਾ ਕਿ ਪੰਜਾਬ ਦੇ ਵਿੱਚ ਜੋ ਮੈਂ ਦੇਖ ਰਿਹਾ ਕਿ ਲੋਕਾਂ ਨੂੰ ਇਸ ਦੇ ਬਾਰੇ ਜ਼ਿਆਦਾ ਨਹੀਂ ਪਤਾ, ਉਹ ਹੈਗਾ ਫੈਡਰਲ ਕੋਰਟ ਦੇ ਵਿੱਚ ਉਹਨੂੰ ਚੈਲੰਜ ਕਰਨ ਦਾ। ਹੁਣ ਫੈਡਰਲ ਕੋਰਟ ਆਫ ਕੈਨੇਡਾ? ਜੀ, ਫੈਡਰਲ ਕੋਰਟ ਆਫ ਕੈਨੇਡਾ। ਮੈਂ ਰੀਸੈਂਟਲੀ ਇੱਥੇ ਚੰਡੀਗੜ੍ਹ ਆਇਆ ਸੀਗਾ ਜਸਟ ਫॉर ਅ ਸ਼ਾਰਟ ਵਿਜ਼ਿਟ, 20 ਡੇ ਵਿਜ਼ਿਟ ਸੀਗੀ। ਮੈਂ ਬਹੁਤ ਲੋਕਾਂ ਨੂੰ ਮਿਲਿਆ
ਤੇ ਬਹੁਤ ਸਾਰੇ ਲੋਕ ਮੈਨੂੰ ਇਹ ਕਹਿ ਰਹੇ ਹੈ ਕਿ ਜਦੋਂ ਰਿਫਿਊਜ਼ਲ ਆਉਂਦੀ ਹੈ, ਐਂਡ ਮੈਂ ਤੁਹਾਨੂੰ ਇੱਕ ਹੋਰ ਗੱਲ ਇੱਥੇ ਦੱਸ ਦਿਆਂ, ਨਾਟ ਜਸਟ ਰਿਫਿਊਜ਼ਲ, ਇੱਕ ਸਿਚੁਏਸ਼ਨ ਹੁੰਦੀ ਹੈ ਲੋਕਾਂ ਦੇ ਬੈਨ ਲੱਗ ਜਾਂਦਾ, ਜਿਹੜਾ ਐਪਲੀਕੈਂਟ ਹੁੰਦਾ ਉਹਦੇ 'ਤੇ ਬੈਨ ਵੀ ਲੱਗ ਜਾਂਦਾ, ਸੋ ਰਿਫਿਊਜ਼ਲ ਵਿਦ ਅ ਬੈਨ, ਇਹ ਸਿਚੁਏਸ਼ਨ ਵੀ ਬਹੁਤ ਕਾਮਨ ਹੈ। ਸੋ ਮੇਰੇ ਤੋਂ ਲੋਕ ਇਹ ਪੁੱਛ ਰਹੇ ਨੇ ਕਿ ਇਸ 'ਤੇ ਕੀ ਕੀਤਾ ਜਾ ਸਕਦਾ। ਹੁਣ ਬੀਇੰਗ ਅ ਲਾਇਰ ਮੈਂ ਤੁਹਾਨੂੰ ਇੱਕ ਸਲਾਹ ਦੇ ਸਕਦਾ, ਉਹ ਇਹ ਹੈਗੀ ਕਿ ਤੁਸੀਂ ਇਹਨੂੰ ਫੈਡਰਲ ਕੋਰਟ ਆਫ ਕੈਨੇਡਾ ਦੇ ਵਿੱਚ ਚੈਲੰਜ ਕਰ ਸਕਦੇ ਹੋ, ਜਿਹਦੇ ਬਾਰੇ ਮੈਂ ਚਾਹੂੰਗਾ ਕਿ ਤੁਹਾਡੇ ਸਰੋਤਿਆਂ ਨੂੰ ਥੋੜ੍ਹਾ ਬਹੁਤ ਪ੍ਰੋਸੈਸ ਬਾਰੇ ਪਤਾ ਹੋਵੇ, ਕਿਉਂਕਿ ਇਹ ਚੀਜ਼ ਕਾਮਨਲੀ ਨੋਨ ਨਹੀਂ ਹੈਗੀ। ਕਿਉਂਕਿ ਇਹਦੀ ਵਜ੍ਹਾ ਇਹ ਹੈਗੀ ਕਿ ਇਹ ਕੰਮ ਸਿਰਫ ਲਾਇਰਸ ਕਰਦੇ ਨੇ ਉੱਥੇ, ਐਂਡ ਬੀਇੰਗ ਕਈ ਵਾਰੀ ਇਹ ਕਾਫੀ ਐਕਸਪੈਂਸਿਵ ਪ੍ਰੋਸੈਸ ਹੋ ਜਾਂਦਾ ਹੈ, ਸੋ ਜਾਂ ਜਸਟ ਫॉर ਵਾਂਟ ਆਫ ਨੌਲੇਜ ਇਸ ਪਾਸੇ ਕੋਈ ਨਹੀਂ ਤੁਰਦਾ। ਉਹਦਾ ਪ੍ਰੋਸੈਸ ਕੀ ਹੈ ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸ ਦਿਆਂ। ਜੇ ਤੁਹਾਡਾ ਰਿਫਿਊਜ਼ਲ ਆਇਆ, ਹੁਣ ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਕਿ ਪਹਿਲੀ ਗੱਲ, ਰਿਫਿਊਜ਼ਲ ਆਉਣ ਦੀਆਂ ਵੀ ਕਈ ਵਜ੍ਹਾਵਾਂ ਹੋ ਸਕਦੀਆਂ ਨੇ, ਜਿਵੇਂ ਕਿ ਅਨਫੋਰਚੂਨੇਟਲੀ ਤੁਹਾਡੀ ਜਿਹੜੀ ਫਾਈਲ ਹੈ ਜ਼ਿਆਦਾ ਚੰਗੀ ਤਰ੍ਹਾਂ ਨਹੀਂ ਪੁੱਟ ਅਪ ਹੋ ਪਾਈ, ਫੋਰ ਵਟਐਵਰ ਰੀਜ਼ਨਸ, ਹੋ ਸਕਦਾ ਕੋਈ ਫਾਈਲ 'ਚ ਕਮੀ ਰਹਿ ਗਈ ਹੋਵੇ, ਇੱਕ ਤਾਂ ਇਹ ਵਜ੍ਹਾ ਹੋ ਸਕਦੀ ਹੈ। ਜਿਸ ਕੇਸ 'ਚ ਮੈਂ ਕਹੂੰਗਾ ਕਿ ਫੈਡਰਲ ਕੋਰਟਸ ਵੀ ਜਾਣਾ ਕੋਈ ਐਡਵਾਈਜ਼ੇਬਲ ਗੱਲ ਨਹੀਂ ਹੋਏਗੀ, ਫॉर द ਰੀਜ਼ਨ ਕਿ ਜੇ ਤੁਹਾਡਾ ਪ੍ਰੋਫਾਈਲ ਪ੍ਰੋਪਰਲੀ ਪੁੱਟ ਅਪ ਨਹੀਂ ਹੈ ਤਾਂ ਫੈਡਰਲ ਕੋਰਟ 'ਚ ਵੀ ਚਾਂਸਿਸ ਘੱਟ ਹੀ ਹੁੰਦੇ ਆ। ਬਿਕੋਜ਼ ਇਹ ਗੱਲ ਜਾਣਨੀ ਬੜੀ ਜ਼ਰੂਰੀ ਹੈ, ਫੈਡਰਲ ਕੋਰਟ ਤੁਸੀਂ ਕੋਈ ਉਹ ਚੀਜ਼ ਨਹੀਂ ਲਗਾ ਸਕਦੇ ਜਿਹੜੀ ਤੁਸੀਂ ਆਪਣੀ ਐਪਲੀਕੇਸ਼ਨ 'ਚ ਨਹੀਂ ਲਗਾਈ, ਅਤੇ ਕੋਈ ਉਹ ਚੀਜ਼ ਤੁਸੀਂ ਕੱਢ ਨਹੀਂ ਸਕਦੇ ਜਿਹੜੀ ਤੁਸੀਂ ਆਪਣੀ ਐਪਲੀਕੇਸ਼ਨ 'ਚ ਲਗਾਈ ਹੈ। ਸੋ ਇਫ ਯੂ ਨਾਟ ਸੈਟਿਸਫਾਈਡ ਵਿਦ ਸਮਥਿੰਗ ਵਿਚ ਯੂ ਡਿਡ ਔਨ ਯੂਰ ਐਪਲੀਕੇਸ਼ਨ, ਤੁਸੀਂ ਇਹ ਨਹੀਂ ਹੈ ਕਿ ਮੈਂ ਉਹ ਚੀਜ਼ ਹਟਾ ਕੇ ਤੁਸੀਂ ਫੈਡਰਲ ਕੋਰਟ ਜਾਓਗੇ, ਜੋ ਤੁਹਾਡਾ ਬੇਸ ਬਣ ਗਿਆ, ਜੋ ਫਾਊਂਡੇਸ਼ਨ ਬਣ ਗਈ, ਤੁਸੀਂ ਉਸ 'ਤੇ ਜਾਣਾ। ਸੋ ਇੱਕ ਇਹ ਵਜ੍ਹਾ ਹੈ ਕਿ ਕੇਸ, ਸੌਖੇ ਸ਼ਬਦਾਂ 'ਚ ਕਹਿ ਦੇਵਾਂ ਪੰਜਾਬੀਆਂ ਨੂੰ ਕਿ ਜੋ ਤੁਸੀਂ ਆਪਣੀ ਇੱਕ ਫਾਈਲ ਦੇ ਵਿੱਚ ਬਿਆਨ ਦਰਜ ਕਰਾਤੇ ਤਾਂ ਉਹੀ ਰਹਿਣਗੇ, ਹੋਰ ਨਾ ਉਹ 'ਚ ਪੁੱਛ ਕੋ ਪਾਉਣਾ ਹੈ ਤੇ ਨਾ ਕੱਢਣਾ ਹੈ। ਬਿਲਕੁਲ ਸਹੀ ਗੱਲ। ਪਰ ਐਟ ਦ ਸੇਮ ਟਾਈਮ ਇਹ ਵੀ ਗੱਲ ਨਹੀਂ ਹੈਗੀ ਕਿ ਜਿਹੜੇ ਸਾਰੇ ਰਿਫਿਊਜ਼ਲ ਆਉਂਦੇ ਨੇ ਉਹ ਠੀਕ ਹੁੰਦੇ ਨੇ, ਕਿਉਂਕਿ ਇਮੀਗ੍ਰੇਸ਼ਨ ਤੋਂ ਵੀ ਬਹੁਤ ਗਲਤੀਆਂ ਹੁੰਦੀਆਂ, ਅਤੇ ਰਾਦਰ ਮੈਂ ਦੇਖਦਾ ਕਿ ਕਈ ਵਾਰੀ ਫਾਈਲ ਬਿਲਕੁਲ ਠੀਕ ਲੱਗੀ ਹੁੰਦੀ ਹੈ ਬਟ ਰਿਫਿਊਜ਼ ਕਰ ਦਿੰਦੇ ਨੇ ਉਹ। ਹੁਣ ਉਹ ਕਿਵੇਂ ਰਿਫਿਊਜ਼ਲ ਹੋਈ, ਕੀ ਹੋਇਆ, ਉਹਦਾ ਆਪਾਂ ਨੂੰ ਬੈਕਗਰਾਊਂਡ ਵੀ ਨਹੀਂ ਪਤਾ ਹੁੰਦਾ, ਬਿਕੋਜ਼ ਜਿਹੜਾ ਰਿਫਿਊਜ਼ਲ ਲੈਟਰ ਆਉਂਦਾ ਉਹ ਮੋਸਟਲੀ ਜਸਟ ਵਨ ਲਾਈਨਰ ਹੁੰਦਾ, ਦੈਟ ਵੀ ਥਿੰਕ ਯੂ ਵਿਲ ਨਾਟ ਰਿਟਰਨ from Canada, you will not go back to your home country। ਉਹਦਾ ਕੋਈ ਵੀ ਰੀਜ਼ਨ ਹੋ ਸਕਦਾ, ਮੰਨ ਲਓ ਕੋਈ ਵਿਜ਼ਿਟਰ ਵੀਜ਼ਾ ਅਪਲਾਈ ਕਰ ਰਿਹਾ, ਉਹਦੇ 'ਚ ਆ ਜਾਂਦਾ ਕਿ ਤੁਹਾਡੇ ਫੰਡਸ ਨਹੀਂ ਸੀਗੇ, ਬਟ ਅ ਵੈਰੀ ਸ਼ਾਰਟ ਰੀਜ਼ਨ, ਤੁਹਾਡੇ ਸਪੋਜ਼ ਫੈਮਿਲੀ ਟਾਈਜ਼ ਨਹੀਂ ਹੈਗੇ ਔਰ ਐਨੀਥਿੰਗ ਐਲਸ। ਬਟ ਜਿਹੜੇ ਰੀਅਲ ਰੀਜ਼ਨਸ ਆਫ ਰਿਫਿਊਜ਼ਲ ਨੇ ਉਹ ਆਪਾਂ ਨੂੰ ਪਤਾ ਨਹੀਂ ਚੱਲਦੇ। ਉਹਦੇ ਦੋ ਹੀ ਤਰੀਕੇ ਨੇ, ਜਾਂ ਤਾਂ ਤੁਸੀਂ GCMS ਨੋਟਸ ਅਪਲਾਈ ਕਰੋ, ਉਹਨੂੰ ਅਬਾਊਟ 1.5 ਮਹੀਨਾ ਲੱਗ ਜਾਂਦਾ, ਜਾਂ ਜਦੋਂ ਆਪਾਂ ਫੈਡਰਲ ਕੋਰਟ ਜਾਂਦੇ ਹਾਂ ਤਾਂ ਕੋਰਟ ਉਹ ਰੀਜ਼ਨਸ ਮੰਗਵਾਉਂਦੀ ਹੈ। ਇਮੀਗ੍ਰੇਸ਼ਨ ਰੈਫਿਊਜੀਜ਼ ਜਿਹੜੀ IRCC ਹੈ, ਇਮੀਗ੍ਰੇਸ਼ਨ ਰੈਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ, ਉਹਦੇ ਤੋਂ ਰੀਜ਼ਨਸ ਆਪ ਮੰਗਵਾਉਂਦੇ ਨੇ ਕਿ ਤੁਹਾਡੇ ਰੀਅਲ ਰੀਜ਼ਨਸ ਆਫ ਰਿਫਿਊਜ਼ਲ ਕੀ ਸੀਗੇ। ਹਾਂਜੀ, ਉਹਦਾ ਟਾਈਮਿੰਗ ਕਿੰਨੀ ਦੇਰ ਹੁੰਦੀ ਆ, ਕਿੰਨੀ ਦੇਰ 'ਚ ਉਹ ਚੀਜ਼ ਪਤਾ ਲੱਗ ਜਾਂਦੀ ਹੈ, ਤਾਂ ਉਸ 'ਤੇ ਫੈਸਲਾ ਕਿੰਨੀ ਦੇਰ 'ਚ ਆ ਜਾਂਦਾ ਜੀ। ਜਦੋਂ ਵੀ ਤੁਸੀਂ ਐਪਲੀਕੇਸ਼ਨ ਦਾਇਰ ਕਰ ਦਿੰਦੇ ਹੋ ਕੋਰਟਸ, ਅਤੇ ਇੱਕ ਇਹ ਚੀਜ਼ ਧਿਆਨ ਰੱਖਣ ਵਾਲੀ ਹੁੰਦੀ ਹੈ, ਉਹਦਾ ਇੱਕ ਲਿਮਿਟੇਸ਼ਨ ਪੀਰੀਅਡ ਹੁੰਦਾ, ਤੁਸੀਂ ਕਿੰਨੇ ਸਮੇਂ ਦੇ ਵਿੱਚ ਉਹ ਦਰਜ ਕਰ ਸਕਦੇ ਹੋ। ਜੇ ਤੁਸੀਂ ਕੈਨੇਡਾ ਦੇ ਵਿੱਚੋਂ ਅਤੇ ਤੁਹਾਡੀ ਰਿਫਿਊਜ਼ਲ ਆ ਗਈ ਕਿਸੇ ਵੀ ਵੀਜ਼ਾ 'ਤੇ, ਉਹਦਾ ਟਾਈਮ ਹੈ 15 ਡੇਜ਼। ਜੇ ਤੁਸੀਂ ਕੈਨੇਡਾ ਤੋਂ ਬਾਹਰ ਹੋ, ਜੇ ਸਪੋਜ਼ ਤੁਸੀਂ ਇੰਡੀਆ 'ਚੋਂ, ਜਿਵੇਂ, ਉਹਦਾ ਟਾਈਮ ਹੁੰਦਾ 60 ਡੇਜ਼। ਇਹ ਸੈਕਸ਼ਨ 72 ਆਫ ਜਿਹੜਾ IRPA ਹੈਗਾ, ਇਮੀਗ੍ਰੇਸ਼ਨ ਐਂਡ ਰੈਫਿਊਜੀ ਪ੍ਰੋਟੈਕਸ਼ਨ ਐਕਟ, ਉਹਦੀ ਸੈਕਸ਼ਨ 72 ਦੇ ਤਹਿਤ ਕੇਸ ਫਾਈਲ ਕੀਤਾ ਜਾਂਦਾ। ਸੋ ਉਹਦਾ ਟਾਈਮ ਲਾਈਨ ਹੈ 15 ਐਂਡ 60 ਡੇਜ਼ ਅਕੋਰਡਿੰਗ ਟੂ ਵੇਅਰ ਦੀ ਐਪਲੀਕੈਂਟ ਇਜ਼। ਉਸ ਤੋਂ ਬਾਅਦ ਵਿਦਇਨ 10 ਡੇਜ਼ ਜਿਹੜੀ ਰਿਸਪੋਂਡੈਂਟ ਹੈ, ਯਾਨੀ ਮਿਨਿਸਟਰ ਆਫ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ, ਉਹਨਾਂ ਨੂੰ ਅਪੀਅਰ ਹੋਣਾ ਪੈਂਦਾ ਕੋਰਟ ਦੇ ਵਿੱਚ, ਮੀਨਸ ਉਹਨਾਂ ਦੇ ਲਾਇਰ ਨੂੰ, ਅਤੇ ਦੈਟ ਇਜ਼ 10 ਡੇਜ਼। ਉਸ ਤੋਂ ਬਾਅਦ ਦਾ ਜੋ ਪ੍ਰੋਸੈਸ ਹੈਗਾ ਉਹ ਇਹ ਹੈਗਾ ਕਿ ਜਿਹੜੇ ਰੀਜ਼ਨਸ ਨੇ, ਜੋ ਮੈਂ ਤੁਹਾਨੂੰ ਹੁਣੇ ਕਿਹਾ, ਰੀਅਲ ਰੀਜ਼ਨਸ ਫॉर ਰਿਫਿਊਜ਼ਲ, ਜਿਹੜੇ ਕਿ ਆਪਾਂ ਨੂੰ ਲੈਟਰ 'ਚ ਨਹੀਂ ਲਿਖ ਕੇ ਦਿੰਦੇ, ਉਹ ਨਾਲ ਦੀ ਨਾਲ ਉਹ IRCC ਤੋਂ ਮੰਗਵਾਉਂਦੇ ਨੇ, ਅਤੇ ਉਹ ਯਾਨੀ ਇਮੀਗ੍ਰੇਸ਼ਨ ਨੂੰ, ਐਪਲੀਕੈਂਟ ਨੂੰ ਫਰਨਿਸ਼ ਕਰਨੇ ਪੈਂਦੇ ਨੇ ਥਰੂ ਕੋਰਟ। ਆਫਟਰ ਦੈਟ 30 ਦਿਨ ਦਾ ਟਾਈਮ ਮਿਲਦਾ ਐਪਲੀਕੈਂਟ ਨੂੰ ਐਫੀਡੇਵਿਟ ਫਾਈਲ ਕਰਨ ਦਾ ਅਤੇ ਉਸਨੂੰ ਚੈਲੰਜ ਕਰਨ ਦਾ, ਬੇਸਿਕਲੀ ਜਿਹਨੂੰ ਤੁਸੀਂ ਕਹਿ ਸਕਦੇ ਹੋ ਐਪਲੀਕੇਸ਼ਨ ਰਿਕਾਰਡ। ਤੁਹਾਡਾ ਆਪਣਾ ਜਿਹੜਾ ਮੈਮੋਰੈਂਡਮ ਆਫ ਆਰਗੂਮੈਂਟ ਹੈਗਾ, ਤੁਸੀਂ ਉਹ 30 ਡੇਜ਼ ਦੇ ਵਿੱਚ ਫਾਈਲ ਕਰਨਾ ਹੈ। ਉਸ ਤੋਂ 30 ਡੇਜ਼ ਦੇ ਬਾਅਦ ਜਿਹੜੀ ਰਿਸਪੋਂਡੈਂਟ ਸਾਈਡ ਹੈ, ਜਿਹੜੀ ਮਿਨਿਸਟਰ ਹੈ ਇਮੀਗ੍ਰੇਸ਼ਨ ਦਾ,
ਉਹਨਾਂ ਨੇ ਆਪਣਾ ਰਿਪਲਾਈ ਦੇਣਾ ਵਿਦਿਨ 30 ਡੇਜ਼। ਪਰ ਸਾਡੇ ਲੋਕਾਂ ਨੂੰ ਤਾਂ ਸਰ ਪਤਾ ਹੀ ਨਹੀਂ, ਅੰਬੈਸੀ ਰਿਫਿਊਜ਼ ਕਰ ਦਿੰਦੀ ਆ, ਉਹ ਰੱਬ ਦਾ ਭਾਣਾ ਮੰਨ ਕੇ ਮੰਨ ਲੈਂਦੇ ਆ, ਜਾਂ ਉਹ ਘਰ ਬਹਿ ਜਾਂਦੇ ਆ, ਜਾਂ ਫਿਰ ਦੁਬਾਰਾ ਅਪਲਾਈ ਕਰਦੇ ਨੇ। ਜੀ ਇਹ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ, ਐਂ ਹੀ ਹੁੰਦਾ, ਬਟ ਇਹ ਆਪਾਂ ਨੂੰ ਉਸ ਚੀਜ਼ ਨੂੰ ਸਵੋਲੋ ਨਹੀਂ ਕਰਨਾ ਚਾਹੀਦਾ, ਜਿਹਨੂੰ ਆਪਾਂ ਕਹੀਏ ਕਿ ਤੁਸੀਂ ਉਸ ਚੀਜ਼ ਨੂੰ ਐਕਸੈਪਟ ਕਰ ਲਿਆ ਕਿ ਇੱਦਾਂ ਹੀ ਹੋਣਾ ਹੈ। ਜੇ ਮੇਰਾ ਇੱਕ ਰਿਫਿਊਜ਼ਲ ਆ ਗਿਆ ਜਾਂ ਮੇਰੇ 2 ਰਿਫਿਊਜ਼ਲ ਆ ਗਏ ਜਾਂ 3 ਰਿਫਿਊਜ਼ਲ ਆ ਗਏ, ਹੋ ਸਕਦਾ ਮੇਰੀ ਕਿਸਮਤ 'ਚ ਹੈ ਹੀ ਨਹੀਂ ਜਾਣਾ। ਆਪਾਂ ਇਸ ਤਰੀਕੇ ਦੀ ਫੇਟਲਿਸਟਿਕ ਗੱਲ ਵੀ ਕਰ ਦਿੰਦੇ ਹਾਂ ਕਈ ਵਾਰੀ, ਬਟ ਐਸਾ ਨਹੀਂ ਹੈ। ਮੈਂ ਬਹੁਤ ਸਾਰੇ ਕੇਸਿਸ ਡੀਲ ਕੀਤੇ ਨੇ ਜਿਹਦੇ ਵਿੱਚ ਇਮੀਗ੍ਰੇਸ਼ਨ ਸਾਡੇ ਨਾਲ ਸੈਟਲਮੈਂਟ ਕਰ ਲੈਂਦੀ ਹੈ, ਜਿਹਦਾ ਮਤਲਬ ਇਹ ਹੈ ਕਿ ਉਹ ਆਊਟ ਆਫ ਕੋਰਟ ਸਾਡੇ ਨਾਲ ਸੈਟਲ ਕਰ ਲੈਂਦੇ ਨੇ ਕਿ ਇਸ ਨੂੰ ਤੁਸੀਂ ਕੋਰਟ 'ਚ ਨਾ ਲੈ ਕੇ ਜਾਓ, ਬਿਕੋਜ਼ ਦੇ ਐਕਸੈਪਟ ਦ ਫੈਕਟ ਕਿ ਅਸੀਂ ਡਿਸੀਜਨ ਗਲਤ ਦਿੱਤਾ ਸੀਗਾ ਅਤੇ ਅਸੀਂ ਕੇਸ ਨੂੰ ਰੀਡਿਟਰਮਿਨ ਕਰਾਂਗੇ। ਤੁਸੀਂ ਇਹ ਸੇਵਾਵਾਂ ਕੈਨੇਡਾ 'ਚ ਦਿੰਦੇ ਹੋ, ਕੋਈ ਕੰਪਨੀ ਤੁਹਾਡੀ ਸੰਪਰਕ ਕਿਵੇਂ ਹੋ ਸਕਦਾ? ਜੀ ਮੈਂ ਕੈਨੇਡੀਅਨ ਲਾਇਰ ਹੈ, ਮੇਰਾ ਲਾਅ ਸੁਸਾਇਟੀ ਆਫ BC ਨੰਬਰ ਹੈਗਾ 518430। ਕੋਈ ਵੀ ਲਾਅ ਸੁਸਾਇਟੀ ਆਫ BC ਦੀ ਵੈਬਸਾਈਟ 'ਤੇ ਜਾ ਕੇ ਇੱਕ ਲਾਇਰਸ ਡਾਇਰੈਕਟਰੀ ਹੁੰਦੀ ਹੈ, ਉਹਦੇ ਵਿੱਚ ਲਾਇਰ ਨੂੰ ਬਾਈ ਨੇਮ ਸਰਚ ਕਰ ਸਕਦੇ ਹੈ। ਸੋ ਸਰਵਪ੍ਰੀਤ ਸਿੰਘ, ਜੇ ਤੁਸੀਂ ਸਰੀ ਨਾਲ ਸਰਚ ਕਰੋਗੇ ਤਾਂ ਮੇਰਾ ਨਾਮ ਉਹ ਸ਼ੋ ਅਪ ਹੋ ਜਾਏਗਾ। ਸੋ ਮੇਰੀ ਕੰਪਨੀ ਦਾ ਨਾਮ ਹੈ ਗੁਰਨਾ ਲਾਅ ਕਾਰਪੋਰੇਸ਼ਨ, ਅਸੀਂ ਸਰੀ ਬੇਸਡ ਹੈਗੇ ਹਾਂ ਜੀ। ਅਸੀਂ ਇਹ ਸਰਵਿਸ ਦਿੰਦੇ ਹਾਂ ਅਤੇ ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸਣਾ ਚਾਹੁੰਦਾ ਸੀਗਾ ਅਬਾਊਟ ਦ ਡਿਸੀਜਨ ਪਾਰਟ ਕਿ ਹੁੰਦਾ ਕੀ ਹੈ। ਸੋ ਐਪਲੀਕੈਂਟ ਦਾ ਇਹ ਕੁਐਸਚਨ ਹੋਏਗਾ ਕਿ ਅੱਛਾ ਇਹ ਸਭ ਅਸੀਂ ਕਰ ਲਿਆ ਅਤੇ ਫਿਰ ਹੋਏਗਾ ਕੀ? ਅਲਟੀਮੇਟਲੀ ਹੋਏਗਾ ਇਹ ਜੀ ਕਿ ਜਦੋਂ ਇਮੀਗ੍ਰੇਸ਼ਨ ਸਾਡੇ ਨਾਲ ਸੈਟਲ ਕਰ ਲੈਂਦਾ ਹੈ ਮੈਟਰ ਨੂੰ ਕੋਰਟ ਜਾਣ ਤੋਂ ਪਹਿਲਾਂ ਹੀ, ਅਤੇ ਬਹੁਤ ਸਾਰੇ ਕੇਸਿਸ 'ਚ ਇਹ ਹੁੰਦਾ ਹੈ ਕਿਉਂਕਿ ਉਹ ਗਲਤ ਹੁੰਦੇ ਨੇ, ਉਹਨਾਂ ਨੂੰ ਪਤਾ ਹੈ ਕਿ ਰਿਫਿਊਜ਼ਲ ਜਸਟ ਰੂਟੀਨ 'ਚ ਆ ਗਈ, ਪਰ ਉੱਥੇ ਲਾਇਰ ਨੂੰ ਇਹ ਵੀ ਪਤਾ ਹੈ ਕਿ ਜੇ ਮੈਟਰ ਕੋਰਟ 'ਚ ਜਾਏਗਾ ਤਾਂ ਇੱਕ ਇੱਕ ਚੀਜ਼ ਦੀ ਕੋਰਟ ਨੇ ਫਿਰ ਉਸ 'ਤੇ ਗੌਰ ਕਰਨੀ ਹੈ, ਅਤੇ ਇਫ ਦੇ ਆਰ ਫਾਊਂਡ ਇਨ ਦ ਰੋਂਗ ਤਾਂ ਈਵਨ ਕੋਸਟ ਲੱਗ ਸਕਦੀਆਂ ਨੇ। ਸੋ ਉੱਥੇ ਇੱਕ ਇਹ ਸਿਸਟਮ ਹੈਗਾ ਜੀ, ਬਹੁਤ ਫੇਅਰ ਨੇ ਲਾਇਰਸ, ਦੋਵੇਂ ਸਾਈਡ ਕਾਫੀ ਫੇਅਰ ਚੱਲਦੇ ਨੇ। ਜੇ ਲਾਇਰ ਨੂੰ ਔਨ ਦੀ ਆਪੋਜ਼ਿਟ ਸਾਈਡ ਇਹ ਲੱਗਦਾ ਕਿ ਨਹੀਂ ਇਮੀਗ੍ਰੇਸ਼ਨ ਦੀ ਹੀ ਗਲਤੀ ਸੀਗੀ, ਦੇ ਵੋਂਟ ਹੈਜ਼ੀਟੇਟ ਟੂ ਸੈਟਲ। ਉਹ ਜ਼ਰੂਰ ਸਾਨੂੰ ਆਫਰ ਆਫ ਸੈਟਲਮੈਂਟ ਭੇਜਦੇ ਆ ਕਿ ਅਸੀਂ ਇਹਨੂੰ ਕੋਰਟ 'ਚ ਨਹੀਂ ਲੈ ਕੇ ਜਾਣਾ ਚਾਹੁੰਦੇ, ਤੁਸੀਂ ਇਹਨੂੰ ਸਾਡੇ ਨਾਲ ਬਾਹਰੋਂ ਬਾਹਰ ਸੈਟਲ ਕਰ ਲਓ। ਉਸ ਤੋਂ ਬਾਅਦ ਕੀ ਹੁੰਦਾ ਜੀ, ਉਹ ਫਿਰ ਕਿਸੇ ਹੋਰ ਡਿਫਰੈਂਟ ਵੀਜ਼ਾ ਆਫਿਸਰ ਨੂੰ ਫਾਈਲ ਭੇਜ ਦਿੰਦੇ ਨੇ। ਉਹ ਜਿਹੜਾ ਡਿਫਰੈਂਟ ਵੀਜ਼ਾ ਆਫਿਸਰ ਹੈ ਉਸਨੂੰ ਨਵੇਂ ਸਿਰਿਓਂ ਪ੍ਰੋਸੈਸ ਕਰਦਾ ਹੈ। ਜਿਹੜੀ ਪਹਿਲੀ ਰਿਫਿਊਜ਼ਲ ਹੈ ਬੇਸਿਕਲੀ ਉਹ ਵਾਸ਼ ਆਊਟ ਹੀ ਹੋ ਜਾਂਦੀ ਹੈ, ਅਤੇ ਉਹ ਨਵੇਂ ਸਿਰੇ ਤੋਂ ਫਾਈਲ ਪ੍ਰੋਸੈਸ ਹੁੰਦੀ ਹੈ। ਜੋ ਵੀ ਉਹਨਾਂ ਦੇ ਡਾਊਟਸ ਵਗੈਰਾ ਨੇ ਉਹ ਪੁੱਛ ਲੈਂਦੇ ਨੇ ਐਪਲੀਕੈਂਟ, ਅਤੇ ਫਿਰ ਇਸ ਤੋਂ ਬਾਅਦ ਵੀਜ਼ਾ ਗ੍ਰਾਂਟ ਹੋ ਜਾਂਦਾ। ਸਰ ਕਿੰਨੇ ਕੁ % ਇਸ ਦੇ ਚਾਂਸਸ ਰਹਿੰਦੇ ਨੇ ਕਿ ਇਹ ਚੀਜ਼ ਹੋ ਹੀ ਜਾਂਦੀ ਹੈ? ਇਸ ਦੇ ਬਹੁਤ ਹਾਈ ਰੇਟ ਆਫ ਸਕਸੈਸ ਹੈ। ਇਹ ਫਾਈਲ 'ਤੇ ਵੀ ਡਿਪੈਂਡ ਕਰਦਾ ਹੈ ਥੋੜ੍ਹਾ। ਸਾਨੂੰ ਆਫ ਕੋਰਸ ਅਸੀਂ ਜੇ ਕੋਈ ਇਸ ਤਰ੍ਹਾਂ ਦਾ ਕੇਸ ਹੁੰਦਾ ਹੈ, ਅਸੀਂ ਪਹਿਲਾਂ ਫਾਈਲ ਨੂੰ ਸਟੱਡੀ ਕਰਦੇ ਹਾਂ ਵੀ ਇਸ 'ਤੇ ਕਿਸ ਤਰ੍ਹਾਂ ਦੀ ਇਹ ਫਾਈਲ ਪੁੱਟ ਅਪ ਹੋਈ ਸੀਗੀ। ਜਿਵੇਂ ਮੈਂ ਕਿਹਾ ਕਿ ਜੇ ਤਾਂ ਤੁਹਾਡੀ ਫਾਈਲ ਹੀ ਪ੍ਰੋਪਰਲੀ ਪੁੱਟ ਅਪ ਨਾ ਹੋ ਪਾਈ ਤਾਂ ਅਸੀਂ ਰეკਮੈਂਡ ਨਹੀਂ ਕਰਦੇ ਕਿ ਤੁਸੀਂ ਫੈਡਰਲ ਕੋਰਟ 'ਚ ਆਪਣਾ ਟਾਈਮ ਅਤੇ ਆਪਣਾ ਪੈਸਾ ਖਰਾਬ ਕਰੋ। ਪਰ ਜੇ ਤੁਹਾਡੀ ਫਾਈਲ ਦਰੁਸਤ ਸੀਗੀ, ਕੋਈ ਉਹਦੇ 'ਚ ਕਮੀ ਨਹੀਂ ਸੀਗੀ ਸਾਡੇ ਅਕੋਰਡਿੰਗਲੀ, ਅਤੇ ਰਿਫਿਊਜ਼ਲ ਜਿਹੜੀ ਹੈ ਉਹ ਜਸਟ ਇੱਕ ਰੂਟੀਨ, ਇੱਕ ਤੁਸੀਂ ਕਹਿ ਲਓ ਪਰਫੰਕਟਰੀ ਰਿਫਿਊਜ਼ਲ ਹੈ ਕਿ ਜਸਟ ਵੈਸੇ ਹੀ ਜਿਵੇਂ ਕਈ ਰਿਫਿਊਜ਼ਲਸ ਤੁਹਾਨੂੰ ਪਤਾ ਹੈ ਕਿ ਜਿਨ੍ਹਾਂ ਦਾ ਕੋਈ ਸੈਂਸ ਨਹੀਂ ਬਣਦਾ ਸਾਡੇ ਹਿਸਾਬ ਨਾਲ, ਫਿਰ ਅਸੀਂ ਡੈਫੀਨੇਟਲੀ ਉਸਨੂੰ ਟੇਕ ਅਪ ਕਰਦੇ ਹਾਂ ਅਤੇ ਇਹਦਾ ਬਹੁਤ ਹਾਈ ਰੇਟ ਆਫ ਸਕਸੈਸ ਹੁੰਦਾ ਹੈ। ਸਰ ਮੇਰੇ ਜ਼ਹਿਨ 'ਚ ਇੱਕ ਸਵਾਲ ਹੈ ਕਿ ਕੈਨੇਡਾ ਸਰਕਾਰ ਦਾ ਇਹ ਮਾਪਦੰਡ ਹੈ ਕਿ ਕਿਹਨੇ ਸਾਡੀ ਕੰਟਰੀ 'ਚ ਆਉਣਾ ਹੈ, ਕਿਹਨੇ ਨਹੀਂ ਆਉਣਾ, ਤਾਂ ਅਸੀਂ ਉਸ ਚੀਜ਼ ਨੂੰ ਚੈਲੰਜ ਕਿਵੇਂ ਕਰ ਸਕਦੇ ਹਾਂ? ਹੁਣ ਜਿਵੇਂ ਸਪੋਜ਼ ਕਰੋ ਕਿਸੇ ਨੇ ਹਿੰਦੁਸਤਾਨ ਆਉਣਾ ਹੈ ਤਾਂ ਮੇਰੇ ਦੇਸ਼ ਦੀ ਅੰਬੈਸੀ ਤੈਅ ਕਰੂਗੀ ਨਾ ਕਿ ਅਸੀਂ ਇਹਨਾਂ ਨੂੰ ਆਉਣ ਦੇਣਾ ਨਹੀਂ ਆਉਣਾ, ਕਿ ਉਸ ਲਈ ਅਸੀਂ ਜਵਾਬਦੇਹ ਹਾਂ, ਉਸ ਲਈ ਕੈਨੇਡਾ ਦੇ ਅੰਬੈਸੀ ਜਾਂ ਉੱਥੇ ਦੇ ਅੰਬੈਸਡਰ ਜਵਾਬਦੇਹ ਨੇ? ਜੀ ਇਹ ਤੁਹਾਡੀ ਗੱਲ ਠੀਕ ਹੈ ਕਿ ਕੋਈ ਵੀ ਕੰਟਰੀ ਇਹ ਉਹਨਾਂ ਦੀ ਪੋਲਿਸੀ ਹੁੰਦੀ ਹੈ ਕਿ ਅਸੀਂ ਕਿੰਨੇ ਕੁ ਲੋਕਾਂ ਨੂੰ ਇਨਟੇਕ ਕਰਨੀ ਹੈ ਅਤੇ ਨਹੀਂ ਕਰਨੀ ਹੈ, ਕਿਸ ਤਰ੍ਹਾਂ ਦੇ ਵੀਜ਼ਾ ਗ੍ਰਾਂਟ ਕਰਨੇ ਨੇ ਜਾਂ ਨਹੀਂ ਕਰਨੇ। ਪਰ ਇਹ ਜਿਹੜੇ ਮੁਲਕ ਹੈਗੇ ਨੇ ਜਿਹੜੇ ਆਪਾਂ ਕਹਿ ਲਓ ਵੈਸਟਰਨ ਵਰਲਡ, ਇੱਥੇ ਬਹੁਤ ਫੇਅਰ ਸਿਸਟਮ ਹੈ, ਰੂਲਸ ਦੀ ਪਾਲਣਾ ਹੁੰਦੀ ਹੈ। ਜੇ ਕੋਈ ਰੂਲ ਹੈਗਾ ਅਤੇ ਤੁਸੀਂ ਵਿਦਿਨ ਦ ਰੂਲ ਹੋ, ਤੁਹਾਡਾ ਕੰਮ ਬਿਲਕੁਲ ਠੀਕ ਹੈ, ਬਾਏ ਦ ਬੁੱਕ ਤੁਸੀਂ ਕੀਤਾ ਹੋਇਆ, ਤਾਂ ਡੈਫੀਨੇਟਲੀ ਕੋਈ ਤੁਹਾਨੂੰ ਡਿਨਾਈ ਨਹੀਂ ਕਰ ਸਕਦਾ। ਇਹ ਕੋਈ ਡਿਸਕ੍ਰੈਸ਼ਨ ਨਹੀਂ ਹੈ, ਕਿਸੇ ਮਿਨਿਸਟਰ ਦੀ ਡਿਸਕ੍ਰੈਸ਼ਨ ਨਹੀਂ ਹੈ, ਕਿਸੇ ਡਿਪਾਰਟਮੈਂਟ ਦੀ ਡਿਸਕ੍ਰੈਸ਼ਨ ਨਹੀਂ ਹੈਗੀ ਕਿ ਉਹ ਕਹਿ ਦੇਣ ਕਿ ਜੀ ਤੁਹਾਡਾ ਤਾਂ ਨਹੀਂ ਬਣਦਾ ਸਾਡੇ ਹਿਸਾਬ ਨਾਲ, ਤੁਸੀਂ ਨਹੀਂ ਆ ਸਕਦੇ, ਜਸਟ ਬਿਕੋਜ਼ ਅਸੀਂ ਕਹਿ ਰਹੇ ਹਾਂ ਕਿ ਤੁਸੀਂ ਨਹੀਂ ਆ ਸਕਦੇ। ਇੱਕ ਉਹਨਾਂ ਦਾ ਕਾਨੂੰਨ ਹੈਗਾ ਜਿਹੜਾ ਇਮੀਗ੍ਰੇਸ਼ਨ ਐਂਡ ਰੈਫਿਊਜੀ ਪ੍ਰੋਟੈਕਸ਼ਨ ਐਕਟ ਹੈਗਾ, ਉਹਦੇ ਤਹਿਤ ਜੇ ਕੋਈ ਤੁਸੀਂ ਆਪਣੀ ਐਪਲੀਕੇਸ਼ਨ ਬਾਏ ਦ ਰੂਲਸ ਲਗਾਈ ਹੈ
ਤਾਂ ਡੈਫੀਨਿਟਲੀ ਦੇ ਹੈਵ ਟੂ ਗ੍ਰਾਂਟ ਯੂ ਵੀਜ਼ਾ, ਜਾਂ ਕੋਈ ਸਟਰੋਂਗ ਰੀਜ਼ਨ ਹੋ ਸਕਦਾ ਤੁਹਾਨੂੰ ਡਿਨਾਇਲ ਦੇਣ ਦਾ। ਅਤੇ ਉਸ 'ਤੇ ਇੱਕ ਗੱਲ ਮੈਂ ਥੋੜ੍ਹੀ ਜਿਹੀ ਕਰਨਾ ਚਾਹੁੰਦਾ ਸੀਗਾ, ਜਿਹੜਾ ਮਿਸਰੈਪ੍ਰਜ਼ੈਂਟੇਸ਼ਨ ਬੈਨਸ ਹੁੰਦੇ ਨੇ, ਇੱਕ ਇਹ ਮੁੱਦਾ ਹੈਗਾ ਬੜਾ ਇੰਪੋਰਟੈਂਟ। ਬਹੁਤ ਸਾਰੇ ਇੱਦਾਂ ਦੇ ਕੇਸ ਹੁੰਦੇ ਨੇ ਜਿੱਥੇ ਤੁਸੀਂ ਸੁਣਿਆ ਹੋਣਾ 5 ਸਾਲ ਦਾ ਬੈਨ ਲੱਗ ਗਿਆ ਕਿਸੇ 'ਤੇ, ਉਹਨਾਂ ਨੇ ਵੀਜ਼ਾ ਅਪਲਾਈ ਕੀਤਾ ਸੀਗਾ, ਨਾਟ ਜਸਟ ਰਿਫਿਊਜ਼ਲ ਹੋਈ, ਪਰ ਉਹਨਾਂ ਨੂੰ ਇਹ ਵੀ ਲਿਖ ਕੇ ਦਿੱਤਾ ਕਿ ਤੁਸੀਂ ਇਨਐਡਮਿਸਿਬਲ ਹੋ, ਤੁਸੀਂ 5 ਸਾਲ ਲਈ ਕੈਨੇਡਾ ਨਹੀਂ ਆ ਸਕਦੇ। ਹੁਣ ਉਸ ਕੇਸ ਕੀ ਹੁੰਦਾ ਕਿ ਤੁਹਾਡਾ ਰੀ-ਐਪਲੀਕੇਸ਼ਨ ਦਾ ਡੋਰ ਵੀ ਬੰਦ ਹੋ ਜਾਂਦਾ, ਤੁਸੀਂ ਦੁਬਾਰਾ ਅਪਲਾਈ ਨਹੀਂ ਕਰ ਸਕਦੇ 5 ਸਾਲ ਲਈ, ਕਿਸੇ ਕਿਸਮ ਦੀ ਐਪਲੀਕੇਸ਼ਨ ਨਹੀਂ ਕਰ ਸਕਦੇ। ਉਸ ਦਾ ਸਿਰਫ ਇੱਕੋ ਹੀ ਹੱਲ ਹੈ, ਉਹਨੂੰ ਚੈਲੰਜ ਕਰਨਾ। ਐਜ਼ ਏ ਸੈਡ, ਜੇ ਤੁਸੀਂ ਬਾਹਰ ਹੋ ਕੈਨੇਡਾ ਤੋਂ 60 ਡੇਜ਼ ਦੇ ਵਿੱਚ ਤੁਸੀਂ ਉਹਨੂੰ ਡੈਫੀਨਿਟਲੀ ਚੈਲੰਜ ਕਰੋ, ਕਿਉਂਕਿ ਮੈਂ ਬਹੁਤ ਸਾਰੇ ਕੇਸ ਇਹੋ ਜਿਹੇ ਦੇਖ ਰਿਹਾ ਕਿ ਟਾਈਮ ਨਿਕਲ ਜਾਂਦਾ ਹੈ। ਅੱਛਾ, ਇਹ ਵੀ ਨਹੀਂ ਹੈ ਕਿ ਫੈਡਰਲ ਕੋਰਟ ਟਾਈਮ ਨਿਕਲਣ ਤੋਂ ਬਾਅਦ ਐਂਟਰਟੇਨ ਨਹੀਂ ਕਰਦਾ, ਬਟ ਉਹ ਪ੍ਰੋਸੈਸ ਥੋੜ੍ਹਾ ਜਿਹਾ ਕੰਪਲੀਕੇਟ ਹੋ ਜਾਂਦਾ ਹੈ। ਬਿਹਤਰ ਹੈ ਤੁਸੀਂ 60 ਡੇਜ਼ ਦੇ ਵਿੱਚ ਉਹਨੂੰ ਚੈਲੰਜ ਕਰੋ। ਲਾਸਟ ਸਵਾਲ ਹੈ ਮੇਰਾ, ਜਿਹੜੀ ਰਿਫਿਊਜ਼ਲ ਹੈ ਕਿੱਲੇ ਸਟੱਡੀ ਵੀਜ਼ਾ ਵਾਸਤੇ ਤਾਂ ਨਹੀਂ, ਕਿਸੇ ਵੀ ਤਰ੍ਹਾਂ ਦਾ ਕੋਈ ਵੀਜ਼ਾ ਹੋਵੇ? ਹਾਂਜੀ, ਕਿਸੇ ਕਿਸਮ ਦਾ ਵੀ ਵੀਜ਼ਾ ਹੋਵੇ, ਜੇ ਉਹਦੀ ਰਿਫਿਊਜ਼ਲ ਹੈ, ਸਪੋਜ਼ ਕੋਈ ਵਿਜ਼ਿਟਰ ਵੀਜ਼ਾ ਹੈ, ਕੋਈ ਸਟੱਡੀ ਵੀਜ਼ਾ ਹੈ, ਕੋਈ ਵਰਕ ਵੀਜ਼ਾ ਹੈ, ਜਾਂ ਈਵਨ PR ਹੈ, ਉਹ ਸਾਰੇ ਫੈਡਰਲ ਕੋਰਟ 'ਚ ਤੁਸੀਂ ਉਹਨਾਂ ਨੂੰ ਚੈਲੰਜ ਕਰ ਸਕਦੇ ਹੋ। ਅਤੇ ਜਸਟ ਗੋਇੰਗ ਬੈਕ, ਮੈਂ ਥੋੜ੍ਹਾ ਜਿਹਾ ਉਸ ਪੁਆਇੰਟ ਨੂੰ ਕੰਪਲੀਟ ਕਰਨਾ ਚਾਹੁੰਦਾ ਸੀਗਾ, ਜਿਹੜਾ ਮਿਸਰੈਪ੍ਰਜ਼ੈਂਟੇਸ਼ਨ ਬੈਨ ਹੈ, ਬਿਕੋਜ਼ ਇਹ ਕਾਫੀ ਸੀਰੀਅਸ ਇਸ਼ੂ ਹੈਗਾ। ਕਈ ਵਾਰੀ ਮੈਂ ਦੇਖਦਾ ਕਿ ਕੋਈ ਛੋਟੀ ਜਿਹੀ ਗਲਤੀ ਕਰਕੇ ਉਹ ਬੈਨ ਕਰ ਦਿੰਦੇ। ਸਪੋਜ਼ ਤੁਸੀਂ ਕੋਈ ਰਿਫਿਊਜ਼ਲ ਸੀਗੀ, ਕਿਸੇ ਹੋਰ ਕੰਟਰੀ ਦੀ ਰਿਫਿਊਜ਼ਲ ਸੀਗੀ, ਉਹ ਕਿਸੇ ਕੰਸਲਟੈਂਟ ਨੇ ਜਿਹਨੇ ਫਾਈਲ ਪੁੱਟ ਅਪ ਕੀਤੀ, ਉਹਨੂੰ ਲੱਗਿਆ ਕਿ ਇਹ ਰੈਲੇਵੈਂਟ ਨਹੀਂ ਹੈ, ਉਹਨਾਂ ਨੇ ਉਹਨੂੰ ਨੋ ਕਰਤਾ, ਜਿਹੜੀ ਕਿ ਬਹੁਤ ਵੱਡੀ ਗਲਤੀ ਹੈ। ਆਪਾਂ ਉਹਨੂੰ ਇਨ ਦਾ ਲਾਰਜਰ ਕੰਟੈਕਸਟ ਭਾਵੇਂ ਉਹ ਛੋਟੀ ਲੱਗਦੀ ਹੋਵੇ, ਬਟ ਇਮੀਗ੍ਰੇਸ਼ਨ ਵਾਸਤੇ ਉਹ ਕਾਫੀ ਵੱਡੀ ਗਲਤੀ ਹੈ। ਉਹ ਇਸ ਦੇ ਬੇਸ 'ਤੇ ਉਹਨੂੰ ਰਿਫਿਊਜ਼ ਕਰਕੇ ਮਿਸਰੈਪ੍ਰਜ਼ੈਂਟੇਸ਼ਨ ਦਾ ਬੈਨ ਲਾ ਦਿੰਦੇ। ਉਸ ਨੂੰ ਚੈਲੰਜ ਜ਼ਰੂਰ ਕਰਨਾ ਚਾਹੀਦਾ ਫੈਡਰਲ ਕੋਰਟ ਦੇ ਵਿੱਚ, ਵਿਦ ਯੋਰ ਐਕਸਪਲੇਨੇਸ਼ਨ ਵਾਟ ਹੈਪਨਡ। ਅਤੇ ਮੈਂ ਦੇਖਿਆ ਕਿ ਫੈਡਰਲ ਕੋਰਟ ਕਾਫੀ ਕੰਸੀਡਰੇਟ ਹੈ ਕੈਨੇਡਾ ਦੀ, ਬਹੁਤ ਉਹ ਕਹਿ ਲਓ ਹਮਦਰਦੀ ਨਾਲ ਕੇਸਾਂ ਨੂੰ ਸੁਣਦੇ ਨੇ, ਅਤੇ ਜੇ ਉਹਨਾਂ ਨੂੰ ਲੱਗਦਾ ਕਿ ਐਪਲੀਕੈਂਟ ਦੀ ਗਲਤੀ ਨਹੀਂ ਸੀਗੀ, ਉਹ ਬੈਨ ਵੀ ਵੇਵ ਆਫ ਹੋ ਜਾਂਦਾ। ਠੀਕ ਹੈ, ਬਹੁਤ ਮਿਹਰਬਾਨੀ ਗੱਲਬਾਤ ਦੇ ਲਈ। ਸੋ ਬੇਹੱਦ ਖਾਸ ਜਾਣਕਾਰੀ ਹੈ, ਕਿਉਂਕਿ ਜੇ ਦੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਬਹੁਤਾਤ ਕੇਸ ਨੇ ਜਿਨ੍ਹਾਂ ਨੂੰ ਰਿਫਿਊਜ਼ਲ ਹੋ ਜਾਂਦੀ ਹੈ। ਰਿਫਿਊਜ਼ਲ ਤੋਂ ਬਾਅਦ ਵੀ ਤੁਸੀਂ ਸਰਹੱਦੋਂ ਪਾਰ ਕਿਵੇਂ ਜਾ ਸਕਦੇ ਹੋ, ਕੈਨੇਡਾ ਕਿਵੇਂ ਜਾ ਸਕਦੇ ਹੋ, ਇਹ ਬਹੁਤ ਬਾਰੀਕੀ ਦੇ ਨਾਲ ਤੁਹਾਨੂੰ ਸਮਝਾਇਆ। ਕਿਉਂਕਿ ਦੇਖਿਆ ਜਾਵੇ ਤਾਂ ਬਹੁਤ ਕੰਪਲੀਕੇਟਡ ਕੇਸ ਨਹੀਂ, ਤੁਸੀਂ ਇਸ ਨੂੰ ਚੈਲੰਜ ਕਰ ਸਕਦੇ ਹੋ। ਬਹੁਤ ਸਾਰੇ ਕੇਸਾਂ ਦੇ ਵਿੱਚ ਐਵੇਂ ਹੁੰਦਾ ਹੈ ਕਿ ਤੁਹਾਨੂੰ ਬੈਨ ਲੱਗ ਜਾਂਦਾ, ਉਹ ਬੈਨ ਨੂੰ ਵੀ ਤੁਸੀਂ ਚੈਲੰਜ ਕਰ ਸਕਦੇ ਹੋ। ਰਿਫਿਊਜ਼ਲ ਤੋਂ ਬਾਅਦ ਵੀ ਰੀਅਪਲਾਈ ਦਾ ਕੋਈ ਜ਼ਿਆਦਾ ਵੱਡੀ ਗੱਲ ਨਹੀਂ ਹੈ, ਪਰ ਤੁਸੀਂ ਅਗਰ ਇਸ ਨੂੰ ਕੋਰਟ ਦੇ ਵਿੱਚ ਚੈਲੰਜ ਕਰਦੇ ਹੋ ਤਾਂ ਤੁਸੀਂ ਆਸਾਨੀ ਨਾਲ ਤੇ ਜਲਦੀ ਹੀ ਕੈਨੇਡਾ ਜਾ ਸਕਦੇ ਹੋ। ਕੈਮਰਾਮੈਨ ਰੋਸ਼ਨ ਦੇ ਨਾਲ ਗਗਨ ਸ਼ੁਕਲਾ, ਡੇਲੀ ਪੋਸਟ ਪੰਜਾਬੀ।